ਪਾਠ 15 ਹਰਸ਼ਵਰਧਨ ਕਾਲ 600 ਈਸਵੀ ਤੋਂ 650 ਈਸਵੀ। ਇਸ ਤੋਂ ਪਹਿਲਾਂ ਅਸੀਂ ਪਾਠ 14 ਦੇ ਵਿੱਚ ਗੁਪਤ ਕਾਲ ਬਾਰੇ ਪੜ੍ਹਿਆ, ਜੋ 300 ਈਸਵੀ ਤੋਂ ਲੈ ਕੇ 600 ਈਸਵੀ ਤੱਕ ਸੀ, ਅਤੇ 550 ਈਸਵੀ ਦੇ ਵਿੱਚ ਗੁਪਤ ਕਾਲ ਦਾ ਅੰਤ ਹੋ ਗਿਆ ਸੀ। ਸਕੰਦ ਗੁਪਤ ਦੀ ਮੌਤ ਤੋਂ ਬਾਅਦ ਜੋ ਗੁਪਤ ਕਾਲ ਦੇ ਰਾਜੇ ਹੋਏ ਉਹ ਇੰਨੇ ਸ਼ਕਤੀਸ਼ਾਲੀ ਨਹੀਂ ਸਨ। ਇੱਕ ਜਾਤੀ ਸੀ ਹੁਣਾ, ਖੁੰਖਾਰ ਜਾਤੀ ਬਲਕ ਸਾਈਡ ਦੀ, ਜਿਨ੍ਹਾਂ ਨੇ ਭਾਰਤ ਉੱਤੇ ਲਗਾਤਾਰ ਹਮਲੇ ਕੀਤੇ, ਜਿਸ ਦੇ ਨਾਲ ਗੁਪਤ ਸਮਰਾਜ ਦਾ ਅੰਤ ਹੋ ਗਿਆ ਸੀ। ਦੇਖੋ, ਚੰਦਰਗੁਪਤ ਮੌਰਿਆ ਨੇ ਮੌਰਿਆ ਵੰਸ਼ ਦੀ ਨੀਂਹ ਰੱਖੀ ਸੀ, ਤਾਂ ਉਸ ਤੋਂ ਪਹਿਲਾਂ ਭਾਰਤ ਉੱਤੇ ਨੰਦ ਵੰਸ਼ ਦਾ ਰਾਜ ਸੀ, ਮਤਲਬ ਜੋ ਸਾਡਾ ਮਗਧ ਸਾਈਡ ਸੀ, ਉੱਤਰੀ ਭਾਰਤ। ਤਾਂ ਮਗਧ ਵੰਸ਼ ਦੇ ਸਮੇਂ ਭਾਰਤ ਦੇ ਟੁਕੜੇ ਹੋਏ ਸਨ, ਤਾਂ ਜਿਸ ਦਾ ਫਾਇਦਾ ਉਠਾ ਕੇ ਸਿਕੰਦਰ ਭਾਰਤ ਉੱਤੇ ਹਮਲਾ ਕਰਨ ਆਇਆ। 326 ਈਸਵੀ ਪੂਰਵ ਵਿੱਚ ਉਸਨੇ ਹਮਲਾ ਕੀਤਾ, ਅਤੇ ਉਸ ਤੋਂ ਬਾਅਦ ਚੰਦਰਗੁਪਤ ਮੌਰਿਆ ਨੇ 321 ਈਸਵੀ ਪੂਰਵ ਵਿੱਚ ਨੰਦ ਵੰਸ਼ ਦਾ ਖਾਤਮਾ ਕਰਤਾ, ਧਨਾਨੰਦ ਨੂੰ ਮਾਰ ਕੇ, ਅਤੇ ਮੌਰਿਆ ਵੰਸ਼ ਦੀ ਨੀਂਹ ਰੱਖੀ ਸੀ। ਫਿਰ 184 ਈਸਵੀ ਪੂਰਵ ਵਿੱਚ ਪੁਸ਼ਯਮਿੱਤਰ ਨੇ ਆਖਰੀ ਮੌਰਿਆ ਸ਼ਾਸਕ ਬੈਦਰਥ ਨੂੰ ਮਾਰਤਾ ਸੀ, ਅਤੇ ਉਸਨੇ ਸੁੰਗ ਵੰਸ਼ ਦੀ ਨੀਂਹ ਰੱਖ ਦਿੱਤੀ ਸੀ। ਅਤੇ ਇਸ ਤਰ੍ਹਾਂ ਕਰਦੇ ਕਰਦੇ ਫਿਰ ਸੁੰਗ ਵੰਸ਼ ਦਾ ਵੀ ਖਾਤਮਾ ਹੋ ਗਿਆ ਸੀ। ਤਾਂ ਫਿਰ ਦੁਬਾਰੇ ਭਾਰਤ ਉੱਤੇ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ ਸੀ। ਫਿਰ ਸ਼ਕ ਆਏ, ਪੱਲਵ ਆਏ, ਕੁਸ਼ਾਨ ਆਏ, ਉਹਨਾਂ ਨੇ ਭਾਰਤ ਦੇ ਪੱਛਮੀ ਖੇਤਰਾਂ ਦੇ ਉੱਤੇ ਅਧਿਕਾਰ ਆਪਦਾ ਕਾਇਮ ਕੀਤਾ। ਫਿਰ ਮਹਾਰਾਜਾ ਗੁਪਤ ਨੇ ਗੁਪਤ ਵੰਸ਼ ਦੀ ਨੀਂਹ ਰੱਖੀ ਸੀ, ਅਤੇ ਉਸ ਤੋਂ ਬਾਅਦ 319 ਈਸਵੀ ਵਿੱਚ ਚੰਦਰਗੁਪਤ ਪਹਿਲਾ, ਫਿਰ ਸਮੁੰਦਰ ਗੁਪਤ, ਫਿਰ ਚੰਦਰਗੁਪਤ ਦੂਜਾ ਵਿਕਰਮਦਿੱਤਿਆ, ਫਿਰ ਸਕੰਦ ਗੁਪਤ ਜਿਸ ਨੇ ਰਾਜ ਕੀਤਾ। ਸਕੰਦ ਗੁਪਤ ਦੀ ਮੌਤ ਤੋਂ ਬਾਅਦ ਲਗਭਗ 550 ਈਸਵੀ ਵਿੱਚ ਜੋ ਗੁਪਤ ਵੰਸ਼ ਸੀ, ਇਸ ਦਾ ਅੰਤ ਹੋ ਗਿਆ ਸੀ। ਸਕੰਦ ਗੁਪਤ ਨੇ ਰਾਜ ਕੀਤਾ ਸੀਗਾ 454 ਈਸਵੀ ਤੋਂ ਲੈ ਕੇ 467 ਈਸਵੀ ਤੱਕ। ਸਕੰਦ ਗੁਪਤ ਨੇ ਰਾਜ ਕੀਤਾ ਸੀ 454 ਈਸਵੀ ਤੋਂ ਲੈ ਕੇ 467 ਈਸਵੀ ਤੱਕ। ਚੰਦਰਗੁਪਤ ਦੂਜਾ ਵਿਕਰਮਦਿੱਤਿਆ ਨੇ ਕੀਤਾ ਸੀ 380 ਤੋਂ ਲੈ ਕੇ 412 ਈਸਵੀ ਤੱਕ। ਸਕੰਦ ਗੁਪਤ ਦੀ ਮੌਤ ਹੋ ਗਈ 467 ਈਸਵੀ ਵਿੱਚ। ਉਸ ਤੋਂ ਬਾਅਦ 550 ਈਸਵੀ ਤੱਕ ਗੁਪਤ ਸਮਰਾਜ ਦਾ ਰਾਜ ਤਾਂ ਚੱਲਿਆ, ਗੁਪਤਾਂ ਦਾ ਰਾਜ ਤਾਂ ਚੱਲਿਆ, ਪਰ ਉਹ ਸ਼ਾਸਕ, ਉਹ ਰਾਜੇ ਇੰਨੇ ਸ਼ਕਤੀਸ਼ਾਲੀ ਨਹੀਂ ਸਨ। ਕੋਈ ਵੀ ਵੰਸ਼ ਜ਼ਿਆਦਾ ਸਮਾਂ ਰਾਜ ਨਾ ਕਰ ਸਕਿਆ। ਤਾਂ ਫਿਰ 550 ਈਸਵੀ ਵਿੱਚ ਗੁਪਤ ਸਮਰਾਜ ਦੇ ਪਤਨ ਤੋਂ ਬਾਅਦ ਉੱਤਰੀ ਭਾਰਤ ਕਈ ਛੋਟੇ ਛੋਟੇ ਸੁਤੰਤਰ ਰਾਜਾਂ ਵਿੱਚ ਵੰਡਿਆ ਗਿਆ, ਜਿਵੇਂ ਕਿ ਕਨੌਜ ਦਾ ਮੋਖਰੀ। ਦੇਖੋ, ਯਾਦ ਕਰਨਾ ਗਾ ਤਾਂ ਕੰਨ ਸਾਡੇ ਕਿੱਥੇ ਅਟੈਚ ਹੈਗਾ? ਮੁੱਖ 'ਤੇ, ਮੂੰਹ 'ਤੇ। ਤਾਂ ਥੋੜ੍ਹਾ ਯਾਦ ਕਰਨ ਵਾਸਤੇ ਮੁੱਖ, ਤਾਂ ਕੰਨ, ਮੁੱਖ, ਤਾਂ ਕੰਨ ਕਿੱਥੇ ਆ? ਮੁੱਖ 'ਤੇ। ਤਾਂ ਕਨੌਜ ਦਾ ਅਤੇ ਕਿਹਦਾ ਰਾਜ ਸੀ? ਮੋਖਰੀ ਦਾ। ਜੇ ਇਸ ਤਰ੍ਹਾਂ ਯਾਦ ਨਹੀਂ ਹੁੰਦਾ ਤਾਂ ਅਸੀਂ ਕਹਿ ਸਕਦੇ ਜਿਹੜਾ ਕਨੌਜ ਸੀ, ਕਨੌਜ ਦੇ ਵੱਲ ਹਰੇਕ ਰਾਜੇ ਦਾ ਮੁੱਖ ਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਕਰਕੇ ਉਹ ਕਨੌਜ 'ਤੇ ਅਧਿਕਾਰ ਕਰ ਲਏ ਅਤੇ ਉੱਤਰੀ ਭਾਰਤ ਦੇ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕੇ। ਤੁਸੀਂ ਇਸ ਤਰ੍ਹਾਂ ਵੀ ਯਾਦ ਕਰ ਸਕਦੇ ਹੋ, ਜਾਂ ਕੰਨ ਨੂੰ ਮੁੱਖ ਨਾਲ ਜੋੜ ਸਕਦੇ ਹੋ, ਜਾਂ ਕਨੌਜ ਨੂੰ ਮੁੱਖ ਜੋੜ ਸਕਦੇ ਹੋ। ਕਨੌਜ ਮੁੱਖ ਸੀ, ਹਰੇਕ ਰਾਜੇ ਦਾ ਕਨੌਜ ਵੱਲ ਮੁੱਖ ਹੁੰਦਾ ਸੀ ਕਿ ਕਨੌਜ 'ਤੇ ਅਧਿਕਾਰ ਕਰਕੇ ਉੱਤਰੀ ਭਾਰਤ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾ ਸਕੇ। ਤਾਂ ਕਨੌਜ ਦੇ ਮੋਖਰੀ, ਮਗਧ ਦੇ ਪਰਵਰਤੀ ਗੁਪਤ, ਭਾਵ ਉਸ ਜੋ ਗੁਪਤ ਸਮਰਾਜ ਦਾ ਅੰਤ ਹੋ ਗਿਆ ਸੀ, ਉਸ ਤੋਂ ਬਾਅਦ ਵਾਲੇ ਕੁਝ ਗੁਪਤ, ਮਗਧ ਦੇ ਪਰਵਰਤੀ ਗੁਪਤ, ਭਾਵ ਦਾ ਲੇਟਰ ਗੁਪਤ, ਉੱਤਰਕਾਲੀਨ ਬਾਅਦ ਵਾਲੇ ਗੁਪਤ, ਲੇਟਰ ਗੁਪਤ, ਮਗਧ ਦੇ ਪਰਵਰਤੀ, ਗੁਜਰਾਤ ਦੇ ਮੈਤਰਕ। ਦੇਖੋ, ਸਾਡੇ PM ਸਾਹਿਬ ਨੇ, ਨਰਿੰਦਰ ਮੋਦੀ ਜੀ, ਜਦੋਂ ਵੀ ਗੱਲ ਕਰਦੇ ਨੇ ਉਹ ਹਰੇਕ ਗੱਲ 'ਤੇ ਪਹਿਲਾਂ ਕਹਿੰਦੇ ਨੇ ਮਿੱਤਰੋ। ਤਾਂ ਕਿੱਥੋਂ ਦੇ CM ਰਹੇ ਨੇ ਪਹਿਲਾਂ? ਉਹ ਗੁਜਰਾਤ ਦੇ। ਤਾਂ ਗੁਜਰਾਤ ਦੇ ਮੈਤਰਕ, ਬੰਗਾਲ ਦਾ ਸੰਸ਼ਾਕ, ਇਹ ਕੁਝ ਕੁ ਰਾਜ ਨੇ ਜਿਨ੍ਹਾਂ ਵਿੱਚ ਉੱਤਰੀ ਭਾਰਤ ਵੰਡਿਆ ਗਿਆ ਸੀ। ਕਨੌਜ ਦੇ ਮੋਖਰੀ, ਤਾਂ ਕੰਨ ਮੁੱਖ,
ਐਵੇਂ ਕਰ ਸਕਦੇ ਹੋ। ਜਾਂ ਕਨੌਜ ਵੱਲ ਹਰੇਕ ਰਾਜੇ ਦਾ ਮੁੱਖ ਹੁੰਦਾ ਸੀ ਕਿ ਜਿੱਤ ਲਏ, ਤਾਂ ਕਨੌਜ ਦੇ ਮੁਖਰੀ, ਮਗਧ ਦੇ ਪ੍ਰਵਰਤੀ, ਅਤੇ ਜਿਸ ਮਗਧ ਨੂੰ ਵੀ ਯਾਦ ਕਰਨ ਵਾਸਤੇ ਜਿਸ ਦਾ ਵੀ ਮਗਧ 'ਤੇ ਰਾਜ ਹੋ ਜਾਂਦਾ ਸੀ, ਉਸ ਦੀ ਜੂਨ ਵਿੱਚ ਪਰਿਵਰਤਨ ਆ ਜਾਂਦਾ ਸੀ। ਭਾਵ ਮਗਧ ਵੀ ਇੱਕ ਮੁੱਖ ਰਿਹਾ। ਜਿਵੇਂ 16 ਮਹਾਂਜਨਪਦ ਵਿੱਚ ਮਗਧ ਸਭ ਤੋਂ ਅਹਿਮ ਮਹਾਂਜਨਪਦ ਬਣ ਨਿਕਲਿਆ, ਅਤੇ ਉਸ ਤੋਂ ਬਾਅਦ ਜੋ ਇਤਿਹਾਸ ਹੈ ਉਹ ਮਗਧ ਦੇ ਇਰਦ ਗੁਰਦ ਘੁੰਮ ਗਿਆ। ਜਿਸ ਤਰ੍ਹਾਂ ਚੰਦਰਗੁਪਤ ਮੌਰਿਆ ਨੇ ਆਪਣਾ ਸ਼ੁਰੂਆਤ ਹੀ ਮਗਧ ਕੋਲੋਂ ਕੀਤੀ ਸੀ, ਅਤੇ ਚੰਦਰਗੁਪਤ ਪਹਿਲੇ ਨੇ ਮਗਧ ਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਸੀ, ਕਿਉਂਕਿ ਗੁਪਤਾਂ ਨੇ ਆਪਦਾ ਰਾਜ ਸ਼ੁਰੂ ਕੀਤਾ ਸੀ ਪੂਰਬੀ ਉੱਤਰ ਪ੍ਰਦੇਸ਼ ਵੱਲੋਂ। ਤਾਂ ਫਿਰ ਮਗਧ ਅਤੇ ਜਿਸ ਦਾ ਅਧਿਕਾਰ ਹੋ ਜਾਂਦਾ, ਉਹਦੀ ਸਥਿਤੀ ਵਿੱਚ ਪਰਿਵਰਤਨ ਆ ਜਾਂਦਾ। ਤਾਂ ਮਗਧ ਦੇ ਪਰਿਵਰਤਨ ਮਗਧ 'ਤੇ ਜਿਸ ਦਾ ਅਧਿਕਾਰ ਹੋ ਜਾਂਦਾ, ਉਸ ਦੀ ਹਾਲਾਤ ਵਿੱਚ ਪਰਿਵਰਤਨ ਆ ਜਾਂਦਾ। ਅਤੇ ਯਾਦ ਕਰ ਸਕਦੇ ਮਗਧ ਦੇ ਪਰਵਰਤੀ ਗੁਪਤ ਦਾ ਲੇਟਰ ਗੁਪਤ, ਗੁਜਰਾਤ ਦੇ ਮੈਤਰਕ, ਤਾਂ ਸਾਡੇ ਮੋਦੀ ਸਾਹਿਬ ਕਹਿੰਦੇ ਨੇ ਮਿੱਤਰੋ, ਤਾਂ ਗੁਜਰਾਤ ਦੇ ਮੈਤਰਕ, ਅਤੇ ਬੰਗਾਲ ਦਾ ਸ਼ਾਸਕ। ਇਹਨਾਂ ਵਿੱਚੋਂ ਇੱਕ ਮਹੱਤਵਪੂਰਨ ਵੰਸ਼ ਪੁਸ਼ਿਆਭੂਤੀ ਸੀ। ਪੁਸ਼ਿਆਭੂਤੀ ਜਿਸ ਨੇ ਅੱਜ ਕੱਲ੍ਹ ਦੇ ਹਰਿਆਣੇ ਦੇ ਕੁਰੂਕਸ਼ੇਤਰ ਇਲਾਕੇ ਵਿੱਚ ਆਪਣਾ ਰਾਜ ਸ਼ੁਰੂ ਕੀਤਾ। ਇਹਨਾਂ ਦੀ ਰਾਜਧਾਨੀ ਥਨੇਸ਼ਵਰ ਸੀ। ਥਨੇਸ਼ਵਰ ਵੀ ਕਹਿੰਦੇ ਨੇ, ਜੋ ਵਰਤਮਾਨ ਥਨੇਸ਼ਵਰ। ਤਾਂ ਪੁਸ਼ਿਆਭੂਤੀ ਜੋ ਹਰਸ਼ਵਰਧਨ ਹੋਰੀ ਨੇ ਇਹਨਾਂ ਦਾ ਜੋ ਵੰਸ਼ ਰਿਹਾ, ਇਸ ਨੂੰ ਪੁਸ਼ਿਆਭੂਤੀ ਵੰਸ਼ ਕਿਹਾ ਜਾਂਦਾ। ਹਰਸ਼ਵਰਧਨ ਪੁਸ਼ਿਆਭੂਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਹਰਸ਼ਵਰਧਨ ਸੀ। ਉਹ ਆਪਣੇ ਵੱਡੇ ਭਰਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ 606 ਈਸਵੀ ਵਿੱਚ ਰਾਜਗੱਦੀ 'ਤੇ ਬੈਠਾ। ਹਰਸ਼ਵਰਧਨ ਦੇ ਵੱਡੇ ਭਰਾ ਰਾਜਵਰਧਨ, ਹਰਸ਼ਵਰਧਨ ਦਾ ਵੱਡਾ ਭਰਾ ਕੌਣ ਸੀ? ਰਾਜਵਰਧਨ, ਅਤੇ ਜੀਜੇ ਗ੍ਰਹਿ ਵਰਮਨ ਜੋ ਕਿ ਮੋਖਰੀ ਵੰਸ਼ ਦਾ ਰਾਜਾ ਸੀ। ਜੀਜਾ ਨੂੰ ਬੰਗਾਲ ਦੇ ਰਾਜਾ ਸ਼ਾਕ ਨੇ ਮਾਲਵੇ ਦੇ ਰਾਜੇ ਨਾਲ ਮਿਲ ਕੇ ਮਾਰ ਦਿੱਤਾ ਸੀ। ਜੋ ਮਾਲਵਾ ਹੈ, ਇਹ ਵਰਤਮਾਨ ਸਮੇਂ ਸਾਡੇ ਮੱਧ ਪ੍ਰਦੇਸ਼ ਵਿੱਚ ਸੀ। ਮਾਲਵਾ ਦੇ ਰਾਜੇ ਨਾਲ ਮਿਲ ਕੇ ਮਾਰ ਦਿੱਤਾ ਸੀ ਹਰਸ਼ਵਰਧਨ ਦੇ ਵੱਡੇ ਭਰਾ ਰਾਜਵਰਧਨ ਨੂੰ, ਅਤੇ ਜੀਜੇ ਗ੍ਰਹਿ ਵਰਮਨ ਨੂੰ, ਜੋ ਕਿ ਮੋਖਰੀ ਵੰਸ਼ ਭਾਵ ਕਨੌਜ ਦਾ ਰਾਜਾ ਸੀ। ਤਾਂ ਬੰਗਾਲ ਦਾ ਰਾਜਾ ਸੀ ਸੰਸ਼ਾਕ ਨੇ ਮਾਲਵੇ ਦੇ ਰਾਜੇ ਨਾਲ ਮਿਲ ਕੇ ਮਾਰ ਦਿੱਤਾ ਸੀ। ਇਸ ਬੰਗਾਲ ਦੇ ਰਾਜੇ ਨੇ ਬੋਧ ਗਿਆ ਵਿਖੇ, ਜਿੱਥੇ ਮਹਾਤਮਾ ਬੁੱਧ ਨੂੰ, ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਮਹਾਤਮਾ ਬੁੱਧ ਨੂੰ, ਉਸ ਪਿੱਪਲ ਦੇ ਦਰਖਤ ਨੂੰ ਵੀ ਇਸ ਬੰਗਾਲ ਦੇ ਰਾਜੇ ਨੇ ਕਟਵਾ ਦਿੱਤਾ ਸੀ, ਜਿਸ ਦਾ ਬਦਲਾ ਹਰਸ਼ਵਰਧਨ ਨੇ ਲਿਆ ਸੀ। ਇਹ ਨਕਸ਼ਾ, ਇਹ ਜੋ ਡੋਟਡ ਲਾਈਨਸ ਨੇ ਗੀਆਂ, ਇਹ ਸਾਰਾ ਹਰਸ਼ਵਰਧਨ ਦਾ ਅਧਿਕਾਰ ਖੇਤਰ ਆ। ਅਤੇ ਜੇਕਰ ਅਸੀਂ ਦੇਖੀਏ ਤਾਂ ਪੱਛਮ ਵਾਲੇ ਪਾਸੇ ਹਰਸ਼ ਦਾ ਜੋ ਅਧਿਕਾਰ ਖੇਤਰ ਸੀ, ਹੁਣ ਦਰਿਆ ਸਿੰਧ ਤੱਕ ਰਹਿ ਗਿਆ ਸੀ। ਭਾਵ ਹੁਣ ਭਾਰਤੀ ਰਾਜੇ ਦਾ ਅਧਿਕਾਰ ਅਫਗਾਨਿਸਤਾਨ ਤੋਂ ਹਟ ਗਿਆ ਸੀ। ਅਫਗਾਨਿਸਤਾਨ ਵਾਲੇ ਪਾਸੇ ਜੋ ਵਿਦੇਸ਼ੀ ਹਮਲਾਵਾਰ ਸੀਗੇ, ਹੁਨਾਂ ਆਦਿ, ਉਹਨਾਂ ਦਾ ਅਧਿਕਾਰ ਹੋ ਗਿਆ ਸੀ। ਤਾਂ ਹਰਸ਼ਵਰਧਨ ਦਾ ਇੱਧਰ ਸਾਡੇ ਪੱਛਮ ਵਾਲੇ ਪਾਸੇ ਸਿੰਧ ਦਰਿਆ ਤੱਕ ਰਹਿ ਗਿਆ ਸੀ। ਪੰਜਾਬ ਦਾ ਜਲੰਧਰ, ਥਨੇਸ਼ਵਰ ਇਸ ਦੀ ਰਾਜਧਾਨੀ ਸੀ। ਇੰਦਰਪ੍ਰਸਥ ਕਹਿੰਦਾ ਦਿੱਲੀ ਨੂੰ, ਮਥੁਰਾ ਜਮਨਾ ਦੇ ਕੰਢੇ ਮਥੁਰਾ ਹੈ। ਕਨੌਜ ਇਸ ਦਾ ਜੀਜਾ ਗ੍ਰਹਿ ਵਰਮਨ ਸੀਗਾ, ਜਿਸ ਨੂੰ ਬੰਗਾਲ ਦੇ ਰਾਜੇ ਨੇ ਮਾਰ ਦਿੱਤਾ ਸੀ। ਅਤੇ ਫਿਰ ਜੀਜੇ ਦੀ ਮੌਤ ਤੋਂ ਬਾਅਦ ਕੀ ਹੋਊਗਾ? ਇਹ ਇਲਾਕਾ, ਕਨੌਜ ਦਾ ਇਲਾਕਾ ਵੀ ਹਰਸ਼ਵਰਧਨ ਦੇ ਅਧੀਨ ਆ ਜਾਏਗਾ। ਫਿਰ ਪ੍ਰਯਾਗ, ਅਤੇ ਜਿੱਥੇ ਕੁੰਭ ਦਾ ਮੇਲਾ ਲੱਗਦਾ ਗਾ, ਇੱਥੇ ਗੰਗਾ ਅਤੇ ਜਮਨਾ ਦਾ ਸੰਗਮ ਹੁੰਦਾ ਹੈ। ਫਿਰ ਕਾਸ਼ੀ, ਪਾਟਲੀਪੁੱਤਰ, ਪਟਨਾ, ਇੱਧਰ ਕਾਮਰੂਪ। ਅਸਾਮ ਨੂੰ ਪਹਿਲਾਂ ਕਾਮਰੂਪ ਕਹਿੰਦੇ ਸੀਗੇ, ਤਾਂ ਅਸਾਮ ਤੱਕ ਹਰਸ਼ ਦਾ ਅਧਿਕਾਰ ਖੇਤਰ ਸੀ। ਪੱਛਮ ਵਾਲੇ ਪਾਸੇ ਸਿੰਧ ਦਰਿਆ ਤੱਕ, ਅਤੇ ਪੂਰਬ ਵਾਲੇ ਪਾਸੇ ਕਾਮਰੂਪ ਭਾਵ ਅਸਾਮ ਤੱਕ ਇਸ ਦਾ ਅਧਿਕਾਰ ਖੇਤਰ ਸੀ। ਅਤੇ ਫਿਰ ਬੰਗਾਲ ਦੇ ਰਾਜੇ ਨੂੰ ਵੀ ਇਸ ਨੇ ਹਰਾ ਦਿੱਤਾ ਸੀ ਬਾਅਦ ਦੇ ਵਿੱਚ ਕਿਸੇ ਰਾਜੇ ਦੀ ਮਦਦ ਨਾਲ। ਤਾਂ ਜੇ ਦੱਖਣ ਵਾਲੇ ਪਾਸੇ ਦੇਖੀਏ, ਤਾਂ ਦੱਖਣ ਵਾਲੇ ਪਾਸੇ ਇਸ ਦਾ ਜੋ ਖੇਤਰ ਹੈ ਉਹ ਮਾਲਵਾ, ਉਜ਼ੈਨ ਤੱਕ ਹੀ ਰਹਿ ਗਿਆ ਸੀ। ਇਸ ਤੋਂ ਥੱਲੇ ਦੱਖਣੀ ਭਾਰਤ ਦੇ ਰਾਜਿਆਂ ਨਾਲ ਤੱਕ ਇਸ ਦਾ ਰਾਜ
नहीं कर सकिया सी, क्योंकि दक्षिणी भारत का राजा सी एक चालुक्य का पुलकेशन दूसरा, उसने हर्ष को हरा दिता सी ते दक्षिणी भारत की जो हर्ष की मुहिम सी उस ते एक लगाम लग गई सी। तो सिर्फ इत्थे तक महाराष्ट्र तक कह सकते हैं असी इसका अधिकार खेत्र रह गया सीगा। दक्षिण वाले पासे हर्ष का कोई ताल्लुकात नहीं रहा सी। भाव दक्षिण वाले पासे नर्मदा नदी, दक्षिण वाले पासे नर्मदा नदी हर्ष की एक सीमा तय करती सी। ये अगले इस तो बाद जो चालुक्य पल्लव ये सारा असी अगले पाठां विच पढ़ांगे। देखो हुण तक असी मगध पाटलीपुत्र साडा केंद्र बिंदु पाटलीपुत्र रहा, पटना। पर जो इस तो अगे असी पढ़ांगे तो उत्थे थोड़ा जिहा पाटलीपुत्र तो ध्यान हट जाना ते कनौज वाल ध्यान जाणागा। दक्षिणी भारत के राजे भी कनौज से जिੱਤ प्राप्त करने की कोशिश करनगे। तो इस तो अगले पाठां विच साडा ध्यान केंद्रित होवेगा वो कनौज ते होवेगा, जिथे मोखरी वंश का राज सी ते इसका जीजा ग्रह बर्मन उत्थों का राजा सी, जिसनूं बंगाल के राजा शशांक ने मार दिता सी। ते ये नक्शा असीं चंगी तरह फिर करांगे डिटेल दे विच। हर्षवर्धन ने राजगद्दी ते बैठण तो बाद अपनी राजधानी कनौज बना ली, क्योंकि जीजे की मौत हो गई सी। ਉਹ ਦੋਨਾਂ ਰਾਜਾਂ ਮੋਖਰੀ ਅਤੇ ਪੁਸ਼ਿਆਭੂਤੀ, ਪੁਸ਼ਿਆਭੂਤੀ ਤਾਂ ਇਸ ਦਾ ਆਪਣਾ ਰਾਜ ਸੀ ਜੋ ਇਸ ਨੂੰ ਖਾਨਦਾਨ ਤੋਂ ਮਿਲਿਆ ਸੀਗਾ ਆਪਣੇ ਭਰਾ ਦੀ ਮੌਤ ਤੋਂ ਬਾਅਦ। ਰਾਜਧਾਨੀ ਕਿਹੜੀ ਸੀ ਪੁਸ਼ਿਆਭੂਤੀ ਦੀ? ਵਰਤਮਾਨ ਕੁਰੂਕਸ਼ੇਤਰ ਦਾ ਇਲਾਕਾ ਅਤੇ ਰਾਜਧਾਨੀ ਸੀ ਥਨੇਸ਼ਵਰ। ਉਸਨੇ ਆਪਣਾ ਭਰਾ ਅਤੇ ਜੀਜੇ ਦੀ ਮੌਤ ਦਾ ਬਦਲਾ ਲੈਣ ਦੀ ਕਸਮ ਚੁੱਕੀ। ਕੁਝ ਸਾਲਾਂ ਬਾਅਦ ਸ਼ਸ਼ਾਂਕ ਨੂੰ ਮਾਰ ਕੇ ਬੰਗਾਲ ਉੱਤੇ ਜਿੱਤ ਪ੍ਰਾਪਤ ਕਰ ਲਈ ਅਤੇ ਅਸਾਮ ਦਾ ਹਰਸ਼ਵਰਧਨ ਦਾ ਅਧਿਕਾਰ ਹੋ ਗਿਆ ਸੀਗਾ ਸਾਡਾ ਅਸਾਮ ਕਾਮਰੂਪ ਤੱਕ। ਉਹ ਹੋਰ ਵੀ ਬਹੁਤ ਸਾਰੇ ਖੇਤਰ ਜਿੱਤ ਕੇ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣ ਗਿਆ। ਉਸਨੇ ਦੱਖਣੀ ਭਾਰਤ ਦੇ ਚਾਲੁਕਿਆ ਵੰਸ਼ ਦੇ ਰਾਜਾ ਪੁਲਕੇਸ਼ਿਨ ਦੂਜੇ 'ਤੇ ਵੀ ਹਮਲਾ ਕੀਤਾ, ਪਰੰਤੂ ਇਸ ਯੁੱਧ ਵਿੱਚ ਉਸ ਨੂੰ ਜਿੱਤ ਪ੍ਰਾਪਤ ਨਹੀਂ ਹੋਈ। ਇਹ ਕੁਐਸਚਨ ਬਹੁਤ ਵਾਰੀ ਆਉਂਦਾ ਗਾ ਕਿ ਹਰਸ਼ ਕਿਸ ਤੋਂ ਹਾਰਿਆ ਸੀਗਾ, ਜਾਂ ਹਰਸ਼ ਦੀ ਦੱਖਣੀ ਭਾਰਤ ਦੀ ਜਿੱਤ 'ਤੇ ਕਿਸ ਨੇ ਲਗਾਮ ਲਾਈ ਸੀ? ਤਾਂ ਚਾਲੁਕਿਆ ਵੰਸ਼ ਦੇ ਪੁਲਕੇਸ਼ਿਨ ਦੂਸਰੇ ਨੇ। ਪੁਲਕੇਸ਼ਿਨ ਦੂਸਰੇ ਦੀ ਅੱਗੇ ਉਸ ਨੂੰ ਵੀ ਕਿਸੇ ਨੇ ਮਾਰ ਦਿੱਤਾ ਸੀ, ਉਹ ਅਸੀਂ ਅੱਗੇ ਪੜ੍ਹਾਂਗੇ। ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਣਨ ਉਸ ਦੇ ਦਰਬਾਰੀ ਕਵੀ ਬਾਣ ਭੱਟ ਨੇ ਹਰਸ਼ਚਰਿਤ ਨਾਮ ਦੀ ਪੁਸਤਕ ਵਿੱਚ ਕੀਤਾ ਹੈ। ਜੋ ਹਰਸ਼ਵਰਧਨ ਨੇ ਜੋ ਕੰਮ ਕੀਤੇ, ਜੋ ਸਫਲਤਾਵਾਂ ਸੀ, ਇਸ ਦਾ ਇੱਕ ਦਰਬਾਰੀ ਕਵੀ ਸੀਗਾ, ਕੋਰਟ ਪੋਇਟ ਸੀਗਾ ਬਾਣ ਭੱਟ। ਉਹਨੇ ਹਰਸ਼ਚਰਿਤ ਨਾਂ ਦੀ ਕਿਤਾਬ ਲਿਖੀ। ਉਹਦੇ ਵਿੱਚ ਹਰਸ਼ਵਰਧਨ ਦੀਆਂ ਜਿੱਤਾਂ ਦਾ, ਸਫਲਤਾਵਾਂ ਦਾ ਵਰਣਨ ਕੀਤਾ ਹੋਇਆ। ਜਿਸ ਤਰ੍ਹਾਂ ਅਸੀਂ ਕੀਤਾ ਸੀ ਸਮੁੰਦਰ ਗੁਪਤ, ਸਮੁੰਦਰ ਅਥਾਹ ਹਰੀ ਸੈਨ ਨੇ ਇਲਾਹਾਬਾਦ ਦੇ ਸਤੰਭ 'ਚ। ਫਿਰ ਚੰਦਰਗੁਪਤ ਦੂਜਾ ਵਿਕਰਮਦਿੱਤਿਆ, ਉਹਦਾ ਹੈਗਾ ਸਾਡਾ ਜੋ ਕੁਤਬ ਮੀਨਾਰ ਦੇ ਨੇੜੇ ਹੈ ਲੋਹ ਸਤੰਭ, ਉੱਥੇ ਵਰਣਨ ਕੀਤਾ। ਸਕੰਦ ਗੁਪਤ ਦਾ ਜੋ ਸਕੰਦ ਗੁਪਤ ਹੋਇਆ ਉਸ ਦਾ ਭੀਤਰੀ ਅਭਿਲੇਖ ਹੈਗਾ, ਭੀਤਰੀ ਅਭਿਲੇਖ। ਤਾਂ ਇਸੇ ਤਰ੍ਹਾਂ ਜੋ ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਣਨ ਹੈ ਉਸ ਦੇ ਦਰਬਾਰ ਕਵੀ ਬਾਣ ਭੱਟ ਨੇ ਹਰਸ਼ਚਰਿਤ ਨਾਮੀ ਪੁਸਤਕ ਵਿੱਚ ਕੀਤਾ। ਪ੍ਰਸਿੱਧ ਚੀਨੀ ਯਾਤਰੀ ਹਿਊਨ-ਸਾਂਗ, ਦੇਖੋ ਚੰਦਰਗੁਪਤ ਦੂਜਾ ਵਿਕਰਮਦਿੱਤਿਆ ਦੇ ਸ਼ਾਸਨ ਸਮੇਂ ਆਇਆ ਸੀਗਾ ਫਾਹੀਆਨ, ਅਤੇ ਹਿਊਨ-ਸਾਂਗ ਹਰਸ਼ਵਰਧਨ ਦੇ। ਤਾਂ ਦੇਖੋ ਦੋਨੇ ਹਾਹੇ ਹਾਹੇ ਨਾਲ ਯਾਦ ਕਰ ਸਕਦੇ ਅਸੀਂ, ਹਰਸ਼ ਹਾਹੇ ਨਾਲ ਹਰਸ਼ ਅਤੇ ਹਾਹੇ ਨਾਲ ਹੀ ਹਿਊਨ-ਸਾਂਗ। ਹਰਸ਼ ਦੇ ਸਮੇਂ ਭਾਰਤ ਆਇਆ ਅਤੇ ਉਸ ਦੇ ਦਰਬਾਰ ਵਿੱਚ ਸ਼ਾਹੀ ਮਹਿਮਾਨ ਬਣ ਕੇ ਰਿਹਾ। ਹਰਸ਼ਵਰਧਨ ਆਪ ਵੀ ਉੱਚ ਕੋਟੀ ਦਾ ਵਿਦਵਾਨ ਸੀ। ਹਰਸ਼ਵਰਧਨ ਨੇ ਸੰਸਕ੍ਰਿਤ ਦੇ 3 ਨਾਟਕ ਪ੍ਰਿਯਦਰਸ਼ਕਾ, ਰਤਨਾਵਲੀ ਅਤੇ ਨਾਗਾਨੰਦ ਲਿਖੇ। ਹਰਸ਼ਵਰਧਨ ਸ਼ੈਵ ਧਰਮ ਨੂੰ ਮੰਨਦਾ ਸੀ। ਦੇਖੋ ਜਿਵੇਂ ਗੁਪਤ ਸੀ ਉਹ ਵੱਧ ਮੰਨਦੇ ਸੀਗੇ ਵਿਸ਼ਨੂੰ ਨੂੰ, ਤਾਂ ਹਰਸ਼ਵਰਧਨ ਮੰਨਦਾ ਸੀਗਾ ਸ਼ੈਵ ਧਰਮ ਨੂੰ, ਪਰੰਤੂ ਉਹ ਬਾਕੀ ਧਰਮਾਂ ਦਾ ਵੀ ਆਦਰ ਕਰਦਾ ਸੀ। ਬੁੱਧ ਧਰਮ ਵਿੱਚ ਉਸ ਨੂੰ ਵਿਸ਼ੇਸ਼ ਸ਼ਰਧਾ ਸੀ। ਜੇਕਰ ਵਿਸ਼ੇਸ਼ ਸ਼ਰਧਾ ਸੀ ਤਾਂ ਹੀ ਉਹ ਹਿਊਨ-ਸਾਂਗ ਉਸ ਦੇ ਦਰਬਾਰ ਵਿੱਚ ਮਹਿਮਾਨ ਬਣ ਕੇ ਰਿਹਾ। ਉਸਨੇ ਹਿਊਨ-ਸਾਂਗ ਦੀ ਪ੍ਰਧਾਨਗੀ ਵਿੱਚ ਕਨੌਜ, ਦੇਖੋ ਪਹਿਲਾਂ ਤੁਹਾਨੂੰ ਦੱਸਿਆ ਵੀ ਇਸ ਤੋਂ ਪਹਿਲਾਂ ਮਗਧ ਅਤੇ ਸਾਡਾ ਸੀਗਾ ਪਾਟਲੀਪੁੱਤਰ, ਇਹ 2 ਨਾਮ ਪ੍ਰਸਿੱਧ ਰਹੇ ਇਸ ਤੋਂ ਪਹਿਲਾਂ ਜਿੰਨਾ ਅਸੀਂ ਪੜ੍ਹਿਆ।
ਇਸ ਤੋਂ ਬਾਅਦ ਕਨੌਜ 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 ਚੱਲੂਗਾ। ਯਾਦ ਰੱਖਣਾ ਹਰਸ਼ਵਰਧਨ ਤੋਂ ਬਾਅਦ ਕਨੌਜ ਦੀ ਵਿਸ਼ੇਸ਼ਤਾ ਵਧ ਜੂਗੀ। ਬੁੱਧ ਧਰਮ ਵਿੱਚ ਉਸ ਨੂੰ ਵਿਸ਼ੇਸ਼ ਸ਼ਰਧਾ ਸੀ। ਉਸਨੇ ਹਿਊਨ ਸਾਂਗ ਦੀ ਪ੍ਰਧਾਨਗੀ ਵਿੱਚ ਕਨੌਜ ਵਿੱਚ ਬੋਧ ਸਭਾ ਕੀਤੀ। ਕੁਐਸਚਨ ਇਹ ਬਣਦਾ ਗਾ ਕਿੱਥੇ ਕੀਤੀ? ਕਨੌਜ ਵਿਖੇ। ਕੌਣ ਪ੍ਰਧਾਨ ਸੀ? ਹਿਊਨ ਸਾਂਗ। ਕੀ ਕੀਤੀ? ਬੋਧ ਸਭਾ। ਪ੍ਰਯਾਗ, ਪ੍ਰਯਾਗ ਕਿੱਥੇ ਹੈਗਾ? ਇਲਾਹਾਬਾਦ। ਪ੍ਰਯਾਗ 'ਚ ਕੀ ਹੁੰਦਾ ਗਾ? ਗੰਗਾ ਅਤੇ ਜਮਨਾ ਦਾ ਸੰਗਮ ਹੁੰਦਾ, ਜਿੱਥੇ ਹਰੇਕ 12 ਸਾਲਾਂ ਬਾਅਦ ਕੁੰਭ ਦਾ ਮੇਲਾ ਲੱਗਦਾ ਗਾ। ਕੁੰਭ ਦਾ ਮੇਲਾ ਬੜਾ ਪ੍ਰਸਿੱਧ ਹੈ। ਹਰਿਦੁਆਰ, ਪ੍ਰਯਾਗ, ਇਹ ਹਿੰਦੂਆਂ ਦੇ ਪਵਿੱਤਰ ਜਗ੍ਹਾ ਮੰਨੀ ਜਾਂਦੀ ਹੈ ਪ੍ਰਯਾਗ, ਅਤੇ ਜਿੱਥੇ ਗੰਗਾ ਅਤੇ ਜਮਨਾ ਦਾ ਸੰਗਮ ਹੁੰਦਾ। ਤਾਂ ਪ੍ਰਯਾਗ ਕਿੱਥੇ ਆ? ਇਲਾਹਾਬਾਦ 'ਚ, ਯੂਪੀ, ਉੱਤਰ ਪ੍ਰਦੇਸ਼ ਵਿੱਚ ਵੀ ਉਹ ਹਰ 5 ਸਾਲਾਂ ਬਾਅਦ ਸਭਾਵਾਂ ਕਰਦਾ ਸੀ, ਹਰੇਕ 5-5 ਸਾਲਾਂ ਬਾਅਦ। ਕਿਹਾ ਜਾਂਦਾ ਹੈ ਕਿ ਇੱਕ ਅਜਿਹੀ ਸਭਾ ਵਿੱਚ ਉਸਨੇ ਆਪਣਾ ਸਾਰਾ ਧਨ ਦਾਨ ਕਰ ਦਿੱਤਾ। ਉਸਨੇ ਸਾਰਾ ਧਨ ਆਪਣਾ ਦਾਨ ਕਰ ਦਿੱਤਾ। ਲਗਭਗ 647 ਈਸਵੀ ਵਿੱਚ ਹਰਸ਼ਵਰਧਨ ਦੀ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਪੁਸ਼ਿਆਭੂਤੀ ਵੰਸ਼ ਦਾ ਅੰਤ ਹੋ ਗਿਆ। ਮਤਲਬ ਵਰਧਨ ਵੰਸ਼ ਦਾ ਮਸ਼ਹੂਰ ਇੱਕੋ ਹੀ ਰਿਹਾ ਗਾ, ਹਰਸ਼ਵਰਧਨ। 606 ਈਸਵੀ ਵਿੱਚ ਗੱਦੀ 'ਤੇ ਬੈਠਿਆ ਅਤੇ 647 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਪੁਸ਼ਿਆਭੂਤੀ ਵੰਸ਼ ਦਾ ਅੰਤ ਹੋ ਗਿਆ। ਤਾਂ ਦੇਖੋ ਬੋਧੀ ਸਭਾ ਕਿੱਥੇ ਹੋਈ? ਕਨੌਜ ਦੇ ਵਿੱਚ। ਕਨੌਜ ਦੇ ਵਿੱਚ ਬੋਧੀ ਸਭਾ ਹੋ ਗਈ। ਠੀਕ ਹੈ ਜੀ। ਅਤੇ ਕਿੱਥੇ ਸੰਮੇਲਨ ਕਰਦਾ ਸੀਗਾ ਹਰੇਕ 5 ਸਾਲਾਂ ਬਾਅਦ? ਉਹ ਸਿੱਧੀ ਜਿਹੀ ਗੱਲ ਆ ਗਈ, ਪ੍ਰਯਾਗ। ਹਿੰਦੂਆਂ ਦਾ ਧਰਮ ਸਥਾਨ ਆ, ਇਹ ਇੱਕ ਹਿੰਦੂ ਰਾਜਾ ਸੀ, ਤਾਂ ਕਰਕੇ ਫਿਰ ਪ੍ਰਯਾਗ, ਜਿੱਥੇ ਗੰਗਾ ਅਤੇ ਜਮਨਾ ਦਾ ਸੰਗਮ ਹੁੰਦਾ ਹਰੇਕ 5 ਸਾਲਾਂ ਬਾਅਦ। ਸ਼ਾਸਨ ਪ੍ਰਬੰਧ। ਸ਼ਾਸਨ ਪ੍ਰਬੰਧ ਬਿਲਕੁਲ ਗੁਪਤ ਕਾਲ ਦੀ ਤਰ੍ਹਾਂ ਸੀ, ਜਿਹੜਾ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਪਹਿਲਾਂ ਅਸੀਂ ਕਿਹਾ ਸੀ ਕੁਮਾਰ ਮੱਤਿਆ ਮਹੱਤਵਪੂਰਨ ਅੱਜ ਕੱਲ੍ਹ ਦੇ IAS ਅਫਸਰ ਹੁੰਦੇ ਸਨ। ਇਹਨਾਂ ਦੇ ਇਲਾਵਾ ਮੰਤਰੀ, ਦੂਤ, ਆਯੁਕਤ, ਸੈਨਾਪਤੀ ਦਾ ਹੀ ਵਰਣਨ ਮਿਲਦਾ ਹੈ। ਉਸ ਸਮੇਂ ਸਭ ਲੋਕਾਂ ਨੂੰ ਨਿਆਂ ਮਿਲਦਾ ਸੀ, ਕਰ ਬਹੁਤ ਘੱਟ ਲਗਾਏ ਜਾਂਦੇ ਸਨ। ਸਮਾਜਿਕ ਅਤੇ ਆਰਥਿਕ ਜੀਵਨ। ਬਾਣਭੱਟ ਅਤੇ ਹਿਊਨ ਸੰਗ ਦੇ ਲੇਖਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਅਸੀਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ, ਖੇਤੀਬਾੜੀ ਖੇਤੀਬਾੜੀ ਖੇਤੀਬਾੜੀ। ਇਸ ਦੇ ਇਲਾਵਾ ਪਸ਼ੂ ਵੀ ਪਾਲੇ ਜਾਂਦੇ ਸਨ। ਵਪਾਰੀ ਅਤੇ ਸ਼ਿਲਪਕਾਰ ਜ਼ਿਆਦਾਤਰ ਨਗਰਾਂ ਵਿੱਚ ਰਹਿੰਦੇ ਸਨ, ਟਾਊਨਸ ਦੇ ਵਿੱਚ। ਵਪਾਰੀ ਰਹਿੰਦੇ ਸੀ ਟਾਊਨਸ ਦੇ ਵਿੱਚ। ਲੋਕ ਨਿਯਮ ਅਨੁਸਾਰ ਸਰਕਾਰ ਨੂੰ ਕਰ ਦਿੰਦੇ ਸਨ। ਕਰ ਧਨ ਅਤੇ ਵਸਤੂਆਂ, ਧਨ ਦੇ ਰੂਪ ਵਿੱਚ ਵੀ ਅਤੇ ਵਸਤੂ ਦੇ ਰੂਪ ਵਿੱਚ ਵੀ। ਕਰ ਧਨ ਅਤੇ ਵਸਤੂਆਂ ਦੋਨਾਂ ਰੂਪਾਂ ਵਿੱਚ ਦਿੱਤਾ ਜਾਂਦਾ ਸੀ। ਲੋਕ ਸ਼ਾਂਤੀ ਅਤੇ ਸਾਦਗੀ ਦਾ ਜੀਵਨ ਬਤੀਤ ਕਰਦੇ ਸਨ, ਪਰੰਤੂ ਕਾਨੂੰਨਾਂ ਦੀ ਹਾਲਤ ਗੁਪਤ ਕਾਲ ਵਰਗੀ ਚੰਗੀ ਨਹੀਂ ਸੀ। ਜਾਤੀ ਪ੍ਰਥਾ ਤਾਂ ਹੋਊਗੀ ਕਿਉਂਕਿ ਇਹ ਇੱਕ ਸਾਡੇ ਹਿੰਦੂ ਧਰਮ ਦੇ ਸੀ। ਜ਼ਿਆਦਾਤਰ ਲੋਕ ਸ਼ਾਕਾਹਾਰੀ ਸਨ। ਹਿੰਦੂ ਧਰਮ, ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਪਿਆਰ ਨਾਲ ਰਹਿੰਦੇ ਸਨ ਅਤੇ ਇੱਕ ਦੂਜੇ ਦਾ ਆਦਰ ਕਰਦੇ ਸਨ। ਬਿਹਾਰ ਵਿੱਚ ਨਾਲੰਦਾ ਇਸ ਸਮੇਂ ਪ੍ਰਸਿੱਧ ਵਿਸ਼ਵ ਵਿਦਿਆਲਿਆ ਸੀ। ਇਸ ਤੋਂ ਪਹਿਲਾਂ ਇੱਕ ਪੜ੍ਹਿਆ ਸੀ ਤਕਸ਼ੀਲਾ, ਜੋ ਪਾਕਿਸਤਾਨ ਵਾਲੇ ਪਾਸੇ ਰਾਵਲਪਿੰਡੀ ਦੇ ਕੋਲ, ਅਤੇ ਉਹ ਉੱਥੇ ਪੜ੍ਹਾਉਂਦਾ ਰਿਹਾ ਸੀ ਸਾਡਾ ਚੰਦਰਗੁਪਤ ਮੌਰਿਆ ਦਾ ਪ੍ਰਧਾਨ ਮੰਤਰੀ ਕਹਿ ਲਓ ਜਾਂ ਉਸ ਦਾ ਗੁਰੂ ਕਹਿ ਲਓ, ਚਾਣਕਿਆ, ਵਿਸ਼ਨੂਗੁਪਤ, ਕੌਟਲਿਆ। ਉਹ ਪਹਿਲਾ ਸੀ ਈਸਵੀ ਪੂਰਵਾਂ ਦੇ ਵਿੱਚ, ਅਤੇ ਈਸਵੀਆਂ ਦੇ ਵਿੱਚ ਜਦੋਂ ਅਸੀਂ AD ਵਿੱਚ ਆ ਗਏ ਤਾਂ ਨਾਲੰਦਾ। ਬਿਹਾਰ ਵਿੱਚ ਨਾਲੰਦਾ ਇਸ ਸਮੇਂ ਪ੍ਰਸਿੱਧ ਵਿਸ਼ਵ ਵਿਦਿਆਲਿਆ ਸੀ। ਇਹ ਗਿਆਨ ਪ੍ਰਾਪਤੀ ਦਾ ਮਹਾਨ ਕੇਂਦਰ ਸੀ। ਇਹ ਗਿਆਨ ਪ੍ਰਾਪਤੀ ਦਾ ਮਹਾਨ ਕੇਂਦਰ ਸੀ, ਜਿੱਥੇ ਦੇਸ਼ ਵਿਦੇਸ਼ ਤੋਂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਸਨ। ਹਿਊਨ ਸਾਂਗ ਨੇ ਵੀ ਕੁਝ ਸਮੇਂ ਤੱਕ ਇੱਥੇ ਸਿੱਖਿਆ ਪ੍ਰਾਪਤ ਕੀਤੀ ਸੀ। ਹਰਸ਼ਵਰਧਨ ਨੇ ਲਗਭਗ 200 ਪਿੰਡਾਂ ਦੀ ਆਮਦਨ ਇਸ ਯੂਨੀਵਰਸਿਟੀ, ਇਸ ਵਿਸ਼ਵ ਵਿਦਿਆਲਿਆ ਦੇ ਨੂੰ ਦਾਨ ਕੀਤੀ ਸੀ, ਤਾਂ ਜੋ ਇਸ ਵਿਸ਼ਵ ਵਿਦਿਆਲਿਆ ਦਾ ਕੰਮ ਵਧੀਆ ਚੱਲ ਸਕੇ। ਨਾਲੰਦਾ ਯੂਨੀਵਰਸਿਟੀ ਬਿਹਾਰ ਦੇ ਵਿੱਚ। ਹਰਸ਼ਵਰਧਨ ਦੀ ਮੌਤ ਤੋਂ ਬਾਅਦ ਉੱਤਰੀ ਭਾਰਤ ਫਿਰ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਗਿਆ। ਇਸ ਤਰ੍ਹਾਂ ਅਸੀਂ ਨੇ ਸਾਡਾ ਪਾਠ ਨੰਬਰ 15 ਹਰਸ਼ਵਰਧਨ ਬਾਰੇ ਪੜ੍ਹਿਆ ਹੈ, ਅਤੇ ਇਸ ਤੋਂ ਅੱਗੇ ਜੋ ਸਾਡੇ ਅਗਲੇ ਪਾਠ ਨੇ ਉਹਨਾਂ ਵਿੱਚ ਦੱਖਣੀ ਭਾਰਤ,
ਅਤੇ ਕਨੌਜ ਦੀ ਮਹੱਤਤਾ ਵਧੇਗੀ। ਧੰਨਵਾਦ।